Good evening, students. Good evening to all. Very good evening to all. जल्दी जल्दी अपनी नोटबुक निकाल लो। ਆਪਾਂ ਕੱਲ ਕਰ ਰਹੇ ਸੀ ਰੀਵੈਲਿਊਏਸ਼ਨ ਅਕਾਊਂਟ ਬਾਰੇ। ਰੀਵੈਲਿਊਏਸ਼ਨ ਅਕਾਊਂਟ ਨੂੰ ਕਰਨ ਤੋਂ ਪਹਿਲਾਂ ਮੈਂ ਪਹਿਲੇ ਅੱਜ ਥੋੜੀ ਜਿਹੀ ਸਟੇਟਮੈਂਟ ਲਿਖ ਰਿਹਾ ਤਾਂ ਕਿ ਤੁਹਾਨੂੰ ਕਨਸੈਪਟ ਹੋਰ ਕਲੀਅਰ ਹੋ ਜੇ। ABC ਸਾਡੇ ਕੋਲ 3 ਪੈਟਰਨ ਨੇ ਔਰ ਉਹਨਾਂ ਦੀ ਰੇਸ਼ੋ ਹੈ 5:3:2 ਔਰ ਉਹ ਆਪਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਨੂੰ ਚੇਂਜ ਕਰਨਾ ਚਾਹੁੰਦੇ ਨੇ। ਫਿਊਚਰ ਦੇ ਵਿੱਚ ਉਹ ਇਕੁਅਲੀ ਕਰਨਾ ਚਾਹੁੰਦੇ ਨੇ। ਫਿਊਚਰ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਬਰਾਬਰ ਕਰ ਪਾਈਏ। ਔਰ ਨਾਲ ਦੀ ਨਾਲ ਸਾਨੂੰ ਇੱਕ ਬੈਲੈਂਸ ਸ਼ੀਟ ਵੀ ਦਿੱਤੀ ਹੋਈ ਹੈ। ਬੈਲੈਂਸ ਸ਼ੀਟ ਦੇ ਵਿੱਚ ਅਲੱਗ-ਅਲੱਗ ਸਾਨੂੰ ਬੈਲੈਂਸਿਸ ਦਿੱਤੇ ਹੋਏ ਨੇ। ਅਸੀਂ ਇਹਨਾਂ ਦੇ ਰਾਹੀਂ ਮੇਨ ਚੀਜ਼ਾਂ ਜਿਹੜੀਆਂ ਅਸੀਂ ਸਿੱਖਣੀਆਂ ਨੇ ਮੈਂ ਉਹ ਲਿਖ ਰਿਹਾ। ਇੱਕ ਸਾਨੂੰ ਦਿੱਤੇ ਹੋਏ ਨੇ ਸੰਡਰੀ ਡੈਟਰਸ। ਤਾਂ ਸਟੂਡੈਂਟਸ ਜਿਹੜੇ ਸੰਡਰੀ ਡੈਟਰਸ ਨੇ ਉਹਨਾਂ ਦੀ ਵੈਲਿਊ ਦਿੱਤੀ ਹੋਈ ਹੈ ਸਾਨੂੰ 3 ਲੱਖ ਔਰ ਲੈਸ ਦਿੱਤਾ ਹੋਇਆ ਹੈ PDD ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਸ ਦੈਟ ਇਜ਼ 25,000। ਇਹ ਹੁੰਦਾ ਹੈ ਰੀਜ਼ਨ ਫਾਰ ਡਾਊਟਫੁਲ ਡੈਟਸ। ਕਿਸ ਨੂੰ ਕਿਹਾ ਜਾਂਦਾ ਹੈ ਕਿ ਇੰਨੇ ਪੈਸੇ ਸਾਡੇ ਡੁੱਬਣ ਦੀ ਸੰਭਾਵਨਾ ਹੈ, ਉਸ ਨੂੰ ਕਹਿੰਦੇ ਆ ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਸ। ਔਰ ਇਸ ਦੇ ਨਾਲ ਹੀ ਸਾਨੂੰ ਦਿੱਤਾ ਹੋਇਆ ਹੈ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਦੈਟ ਇਜ਼ 70,000। ਹੁਣ ਸਾਨੂੰ ਜਿਹੜੀਆਂ ਐਡੀਸ਼ਨਲ ਇਨਫੋਰਮੇਸ਼ਨ ਦਿੱਤੀਆਂ ਹੋਈਆਂ ਨੇ, ਸਭ ਤੋਂ ਪਹਿਲਾਂ ਇਹ ਦਿੱਤਾ ਹੋਇਆ ਹੈ ਕਿ ਵੈਲਿਊ ਆਫ ਲੈਂਡ and building, value of land and building to be increased रुपीज़ 5 ਲੱਖ। ਔਰ ਸਾਡੇ ਕੋਲ ਲੈਂਡ ਐਂਡ ਬਿਲਡਿੰਗ ਦੀ ਵੈਲਿਊ ਵੀ ਇੱਥੇ ਦਿੱਤੀ ਹੋਈ ਹੈ। ਲੈਂਡ ਐਂਡ ਬਿਲਡਿੰਗ ਹੈ ਜਿਹੜੀ ਉਸ ਦੀ ਸਾਨੂੰ ਵੈਲਿਊ ਦਿੱਤੀ ਹੋਈ ਹੈ 4 ਲੱਖ ਰੁਪਇਆ ਬੈਲੈਂਸ ਸ਼ੀਟ ਦੇ ਵਿੱਚ ਗਿਵਨ ਹੈ। ਇਸ ਤੋਂ ਬਾਅਦ ਸਟਾਕ ਘਟ ਗਿਆ। ਸੈਕਿੰਡ ਸਟਾਕ ਇਜ਼ ਡਿਕਰੀਜ਼ਡ ਬਾਈ, ਸਟਾਕ ਜਿਹੜਾ ਘਟਿਆ ਹੈ 20,000 ਘਟਿਆ ਹੈ। ਔਰ ਸਟਾਕ ਦੀ ਜਿਹੜੀ ਸਾਨੂੰ ਵੈਲਿਊ ਦਿੱਤੀ ਹੋਈ ਹੈ ਉਹ 2 ਲੱਖ ਰੁਪਇਆ ਦਿੱਤੀ ਹੋਈ ਹੈ। ਸਟਾਕ ਦੀ ਵੈਲਿਊ ਹੈ ਸਟੂਡੈਂਟਸ ਜਿਹੜੀ ਉਹ 2 ਲੱਖ ਰੁਪਇਆ ਗਿਵਨ ਹੈ ਬੈਲੈਂਸ ਸ਼ੀਟ ਦੇ ਵਿੱਚ। ਕਹਿੰਦਾ ਹੈ ਸਾਨੂੰ ਕਿ ਜਿਹੜਾ ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਸ ਹੈ ਕਹਿੰਦਾ ਇਹਨਾਂ ਨੂੰ ਕੀ ਕਰਨਾ ਹੈ, ਆਰ ਟੂ ਬੀ ਰਿਟਰਨ ਬੈਕ ਕਰਨਾ ਹੈ। ਇਹਨਾਂ ਨੂੰ ਕੀ ਕਰਨਾ ਹੈ ਰਿਟਰਨ ਬੈਕ ਕਰਨਾ ਹੈ। ਤੇ ਆਲ ਡੈਟਰਸ ਆਰ ਗੁੱਡ, ਰਿਟਰਨ ਬੈਕ ਕਰਨਾ ਹੈ ਇਹਨਾਂ ਨੂੰ। ਰਿਟਰਨ ਬੈਕ ਤੇ ਨਾਲ ਕਿਹਾ ਗਿਆ ਹੈ ਕਿ ਆਲ ਡੈਟਰਸ ਆਰ ਗੁੱਡ। ਤੁਸੀਂ ਸਟੇਟਮੈਂਟ ਨੋਟ ਕਰ ਲਓ, ਫਿਰ ਮੈਂ ਤੁਹਾਨੂੰ ਡਿਟੇਲ ਵਿੱਚ ਸਮਝਾਉਂਦਾ, ਬੜਾ ਹੀ ਆਸਾਨ ਹੈ। ਇਸ ਤੋਂ ਬਾਅਦ ਸਾਨੂੰ ਇਹ ਕਿਹਾ ਗਿਆ ਹੈ ਕਿ ਜਿਹੜੀਆਂ ਆਊਟਸਟੈਂਡਿੰਗ ਜਿਹੜੀਆਂ ਕੀ ਨੇ ਸਾਡੇ ਕੋਲ ਸੈਲਰੀਜ਼ ਪੇਬਲ, ਆਪਾਂ ਕਹਿ ਦਈਏ ਇਹਨਾਂ ਨੂੰ ਆਊਟਸਟੈਂਡਿੰਗ ਦੀ ਥਾਂ ਤੇ ਅਸੀਂ ਕੀ ਕਹਾਂਗੇ ਜੀ, ਸੈਲਰੀਜ਼ ਪੇਬਲ। ਤੇ ਜਿਹੜੀਆਂ ਸੈਲਰੀਜ਼ ਪੇਬਲ ਨੇ ਉਹਨਾਂ ਬਾਰੇ ਕੀ ਕਿਹਾ ਗਿਆ ਹੈ ਕਿ 15,000 ਵਾਜ਼ ਨਾਟ ਪੇਬਲ। 15,000 was not payable। ਤਾਂ ਸਾਡੇ ਕੋਲ ਪੇਬਲ ਸੈਲਰੀਜ਼ ਵੀ ਉੱਤੇ ਦਿੱਤੀਆਂ ਹੋਈਆਂ ਨੇ। ਪੇਬਲ ਜਿਹੜੀਆਂ ਸੈਲਰੀਜ਼ ਨੇ ਸਟੂਡੈਂਟਸ ਉਹ ਨੇ ਸਾਡੇ ਕੋਲ 25,000 ਰੁਪਇਆ। ਓਕੇ, ਇਸ ਤੋਂ ਬਾਅਦ ਦਿੱਤਾ ਹੈ ਕਿ ਜਿਹੜਾ ਕਲੇਮ ਹੈ ਵਰਕਮੈਨ ਕੰਪਨਸੇਸ਼ਨ ਜਿਹੜਾ ਰਿਜ਼ਰਵ ਹੈ ਉਸ ਦਾ ਜਿਹੜਾ ਕਲੇਮ ਹੈ ਉਹ ਕਲੇਮ ਦੀ ਜਿਹੜੀ ਅਮਾਊਂਟ ਹੈ ਡੀਅਰ ਸਟੂਡੈਂਟਸ ਉਹ 30,000 ਹੈ। ਔਰ ਸਾਨੂੰ ਕਲੇਮ ਦਿੱਤਾ ਕਿੰਨਾ ਹੋਇਆ ਹੈ 70,000 ਦਾ, ਅਸੀਂ ਧਿਆਨ ਰੱਖਣਾ ਹੈ। ਹੁਣ ਇਸ ਤੋਂ ਬਾਅਦ ਇੱਕ ਹੋਰ ਲਿਖਿਆ ਹੋਇਆ ਹੈ ਕਿ ਜਿਹੜਾ ਮਿਸਟਰ ਬੀ ਹੈ ਨਾ, ਬੀ ਫਰਮ ਨੂੰ ਰੀਕਨਸਟੀਟਿਊਟ ਕਰਨ ਦੇ ਬਦਲੇ ਉਸ ਨੂੰ ਰੈਮੂਨਰੇਸ਼ਨ ਮਿਲਣੀ ਹੈ। ਬੀਜ਼ ਰੈਮੂਨਰੇਸ਼ਨ ਇਜ਼ ਰੁਪੀਜ਼ 10,000। ਉਸ ਨੂੰ 10,000 ਰੁਪਇਆ ਦਿੱਤਾ ਜਾਣਾ ਹੈ। ਇਹ ਸਾਡੇ ਕੋਲ ਸਟੇਟਮੈਂਟ ਗਿਵਨ ਹੈ। ਅਸੀਂ ਇਸ ਸਟੇਟਮੈਂਟ ਦੇ ਰਾਹੀਂ ਸਟੂਡੈਂਟਸ ਅਸੀਂ ਕੀ ਕਰਨਾ ਹੈ ਡੀਅਰ ਸਟੂਡੈਂਟਸ, ਇਸ ਸਟੇਟਮੈਂਟ ਦੇ ਰਾਹੀਂ ਅਸੀਂ ਰਿਵੈਲਿਊਏਸ਼ਨ ਅਕਾਊਂਟ ਬਣਾਉਣਾ ਹੈ।
ਅਸੀਂ ਸਿਰਫ ਰਿਵੈਲਿਊਏਸ਼ਨ ਅਕਾਊਂਟ ਬਣਾਉਣਾ ਹੈ ਤਾਂ ਕਿ ਆਉਣ ਵਾਲੇ ਚੈਪਟਰ ਦੇ ਵਿੱਚ ਆਪ ਜੀ ਨੂੰ ਆਸਾਨੀ ਰਹੇ। ਮੈਂ ਹੁਣ ਰਿਵੈਲਿਊਏਸ਼ਨ ਅਕਾਊਂਟ ਬਣਾ ਰਿਹਾ, ਤੁਸੀਂ ਧਿਆਨ ਨਾਲ ਸਮਝਣ ਦੀ ਖੇਚਲ ਕਰਨੀ ਏ। ਧਿਆਨ ਨਾਲ ਸਮਝੋ, ਬੜਾ ਆਸਾਨ ਹੈ, ਇਸ ਵਿੱਚ ਕੁਝ ਵੀ ਨਹੀਂ। ਅਸੀਂ ਪਹਿਲਾਂ ਕੱਲ ਵੀ ਸਿੱਖ ਚੁੱਕੇ ਹਾਂ। ਅਸੀਂ ਹੁਣ 2-3 ਦਿਨ ਰਿਵੈਲਿਊਏਸ਼ਨ ਅਕਾਊਂਟ ਹੀ ਸਿੱਖਾਂਗੇ ਤਾਂ ਕਿ ਆਉਣ ਵਾਲੇ ਚੈਪਟਰ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਏ। ਇੱਥੇ ਰੁਪੀਜ਼ ਪਾਣੇ ਨੇ, ਇੱਥੇ ਅਸੀਂ ਪਾਰਟੀਕੂਲਰਸ ਪਾਣੇ ਨੇ ਜੀ, ਫਿਰ ਅਗੇਨ ਰੁਪੀਜ਼ ਐਂਡ ਪਾਰਟੀਕੂਲਰਸ। ਬੇਟਾ ਜੀ ਜੇ ਤੁਹਾਡੇ ਕੋਲ ਨੋਟਬੁੱਕ ਲੈ ਕੇ ਬੈਠੇ ਹੋ, ਸ਼ਾਬਾਸ਼, ਸਿਆਣੇ ਸਿਆਣੇ ਸਾਰੇ ਨੋਟਬੁੱਕਸ ਨਿਕਾਲ ਲਓ। ਨੋਟਬੁੱਕ ਦੇ ਨਾਲ ਜੇਕਰ ਤੁਸੀਂ ਸਟੇਟਮੈਂਟ ਲਿਖੋਗੇ ਤਾਂ ਤੁਹਾਨੂੰ ਸਮਝਣ ਵਿੱਚ, ਦੇਖਣ ਦੇ ਵਿੱਚ ਜ਼ਿਆਦਾ ਆਸਾਨੀ ਹੋਏਗੀ। ਤੁਸੀਂ ਜਲਦੀ ਜਲਦੀ ਆਦੀਆਂ ਨੋਟਬੁੱਕ ਲੈ ਕੇ ਬੈਠੋ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਇਸ ਨੂੰ ਸਮਝ ਸਕੋ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੀ ਨੋਟਬੁੱਕ ਲੈ ਕੇ ਬੈਠੇ ਹੋ। ਇਸ ਵਾਸਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਫਟਾਫਟ ਸਟੇਟਮੈਂਟ ਜਿੰਨੀ ਕੁ ਐਡਜਸਟਮੈਂਟ ਕਰਨੀ ਹੈ, ਜਿਹੜਾ ਰਿਵੈਲਿਊਏਸ਼ਨ ਅਕਾਊਂਟ ਦੇ ਨਾਲ ਰਿਲੇਟਡ ਚੀਜ਼ਾਂ ਨੇ ਮੈਂ ਸਿਰਫ ਉਹ ਹੀ ਲਿਖੀਆਂ ਨੇ ਤੇ ਉਹ ਹੀ ਬੈਲੈਂਸ ਸ਼ੀਟ 'ਚ ਲਿਖੀਆਂ ਨੇ। ਇਸ ਵਾਸਤੇ ਬੈਲੈਂਸ ਸ਼ੀਟ ਦਾ ਮੈਂ ਟੋਟਲ ਨਹੀਂ ਲਗਾਇਆ, ਇਸ ਗੱਲ ਦਾ ਧਿਆਨ ਰੱਖਣਾ ਹੈ। ਇੱਥੇ ਟੋਟਲ ਨਹੀਂ ਲਗਾਇਆ ਗਿਆ ਕਿਉਂਕਿ ਬੈਲੈਂਸ ਸ਼ੀਟ ਨੂੰ ਸਿਰਫ ਓਨਾ ਹੀ ਲਿਖਿਆ ਗਿਆ ਜਿੰਨੀ ਸਾਨੂੰ ਰਿਵੈਲਿਊਏਸ਼ਨ ਵਿੱਚ ਇਸ ਦੀ ਜ਼ਰੂਰਤ ਹੈ। ਹੁਣ ਧਿਆਨ ਦਿਓ, ਲੈਂਡ ਐਂਡ ਬਿਲਡਿੰਗ ਟੂ ਬੀ ਇਨਕਰੀਜ਼ਡ। ਟੂ ਬੀ ਇਨਕਰੀਜ਼ ਦਾ ਮਤਲਬ ਹੈ ਇਸ ਨੂੰ ਵਧਾ ਕੇ 5 ਲੱਖ ਕਰ ਦਿੱਤਾ ਗਿਆ। ਇਹਦਾ ਮਤਲਬ ਪਹਿਲਾਂ ਕਿੰਨੀ ਸੀ? 4 ਲੱਖ ਦੀ। ਹੁਣ ਉਹ 5 ਲੱਖ ਦੀ ਕਰਨਾ ਚਾਹੁੰਦੇ ਨੇ ਤੇ ਇਟ ਮੀਨਸ ਐਸਟ ਦੇ ਵਿੱਚ ਵ੍ਰਿੱਧੀ ਹੋ ਗਈ, ਵਾਧਾ ਹੋ ਗਿਆ। ਤੇ ਅਸੀਂ ਲਿਖਾਂਗੇ ਬਾਈ ਲੈਂਡ ਐਂਡ ਬਿਲਡਿੰਗ। ਤਾਂ ਸਟੂਡੈਂਟਸ ਲੈਂਡ ਐਂਡ ਬਿਲਡਿੰਗ ਵਿੱਚ ਕਿੰਨਾ ਵਾਧਾ ਹੋਇਆ? 1 ਲੱਖ ਰੁਪਏ ਦਾ। ਜੇ ਵਰਡ ਆ ਲਿਖਿਆ ਆ ਜੇ ਨਾ ਇਨਕਰੀਜ਼ਡ ਟੂ ਜਾਂ ਟੂ ਬੀ ਇਨਕਰੀਜ਼ਡ, ਇਹਦਾ ਮਤਲਬ ਇਹ ਹੁੰਦਾ ਹੈ ਕਿ ਇਸ ਨੂੰ ਵਧਾ ਕੇ 4 ਲੱਖ ਦੀ ਥਾਂ ਤੇ 5 ਲੱਖ ਦਾ ਕਰ ਦਿੱਤਾ ਗਿਆ ਹੈ। ਇਟ ਮੀਨਸ ਉਹਦੇ ਵਿੱਚ ਵ੍ਰਿੱਧੀ ਹੋਈ 1 ਲੱਖ ਰੁਪਏ ਦੀ ਤੇ ਅਸੀਂ ਲਿਖਤਾ ਬਾਈ ਲੈਂਡ ਐਂਡ ਬਿਲਡਿੰਗ 1 ਲੱਖ। ਅੱਗੇ ਕਹਿੰਦਾ ਸਟਾਕ ਇਜ਼ ਡਿਕਰੀਜ਼ਡ ਬਾਈ 20,000। ਸਟਾਕ ਸਾਡੇ ਕੋਲ ਹੈਗਾ ਕਿੰਨਾ ਹੈ? 2 ਲੱਖ ਦਾ। ਉਹ ਕਿੰਨਾ ਘਟ ਗਿਆ ਜੀ? 20,000। ਜੇ ਕੋਈ ਐਸਡ ਘਟ ਜੇ ਤਾਂ ਉਹਨੂੰ 2 ਨਾਲ ਲਿਖਣਾ ਹੁੰਦਾ ਹੈ, ਟੂ ਸਟਾਕ ਅਕਾਊਂਟ 20,000। ਜਿਨ੍ਹਾਂ ਨੇ ਕੱਲ ਕਲਾਸ ਨਹੀਂ ਲਗਾਈ ਦੁਬਾਰਾ ਸੁਣ ਲਓ। ਪਿਆਰੇ ਵਿਦਿਆਰਥੀਓ, ਜੇਕਰ ਐਸਡ ਦੇ ਵਿੱਚ ਇਨਕਰੀਜ਼ ਹੋਏ ਤਾਂ ਉਹਨੂੰ ਕ੍ਰੈਡਿਟ ਸਾਈਡ ਤੇ 22 ਨਾਲ ਲਿਖਣਾ ਹੈ। ਜੇਕਰ ਐਸਡ ਦੇ ਵਿੱਚ ਡਿਕਰੀਜ਼ ਹੋਏ ਯਾਨੀ ਕਿ ਘਟ ਜੇ ਤਾਂ ਉਸ ਨੂੰ ਰਿਵੈਲਿਊਏਸ਼ਨ ਅਕਾਊਂਟ ਦੀ ਡੈਬਿਟ ਸਾਈਡ ਤੇ ਲਿਖਿਆ ਜਾਂਦਾ ਹੈ। ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖ ਲਿਆ ਜਾਏ। ਅਸੀਂ ਰਿਵੈਲਿਊਏਸ਼ਨ ਅਕਾਊਂਟ ਨੂੰ ਕਿਵੇਂ ਬਣਾਉਣਾ ਹੈ ਅਸੀਂ ਇਸ ਨੂੰ ਸਿੱਖ ਰਹੇ ਹਾਂ ਔਰ ਤੁਸੀਂ ਨੋਟਬੁੱਕ ਲੈ ਕੇ ਬੈਠੋ। ਇੱਕ ਕੁਐਸਚਨ ਹੀ ਕਰਾਉਣਾ ਹੈ, ਆਰਾਮ ਨਾਲ ਕਰਾਂਗੇ, ਜਲਦੀ ਕੋਈ ਨਹੀਂ। ਅੱਗੇ ਕਹਿੰਦਾ ਹੈ ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਸ। ਪੀਡੀਡੀ ਨੂੰ ਕੀ ਕਹਿੰਦੇ ਆ? ਪੀਡੀਡੀ ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਸ। ਮੈਂ ਲਿਖ ਦੇਣਾ ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਰਸ। ਡਾਊਟਫੁਲ ਡੈਟਰਸ ਕੀ ਹੁੰਦੇ ਨੇ ਕਿ ਅਸੀਂ ਲੋਕਾਂ ਕੋਲ ਪੈਸੇ ਲੈਣੇ ਨੇ 3 ਲੱਖ ਰੁਪਈਆ, ਉਹਦੇ ਵਿੱਚੋਂ 25,000 ਸਾਡਾ ਡੁੱਬਣ ਦੀ ਸੰਭਾਵਨਾ ਹੈ। ਇੰਨੀ ਸੰਭਾਵਨਾ ਹੈ, ਅਸੀਂ ਪ੍ਰੋਵੀਜ਼ਨ ਬਣਾਇਆ ਹੈ ਕਿ 25,000 ਦਾ ਪ੍ਰੋਵੀਜ਼ਨ ਹੈ। ਜਿਹੜੇ ਡਾਊਟਫੁਲ ਡੈਟਸ ਨੇ ਵੀ ਉਹਨਾਂ ਤੋਂ ਪੈਸੇ ਸਾਨੂੰ ਰਿਕਵਰ ਨਹੀਂ ਹੋਣੇ, ਇੰਨੇ ਪੈਸੇ ਸਾਡੇ ਡੁੱਬਣ ਦੀ ਸੰਭਾਵਨਾ ਹੈ। ਉਸ ਨੂੰ ਕਹਿੰਦੇ ਆ ਪੀਡੀਡੀ, ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਸ, ਯਾਨੀ ਕਿ ਸ਼ੱਕੀ ਦੇਣਦਾਰ। ਸ਼ੱਕੀ ਦੇਣਦਾਰ ਕੌਣ ਹੁੰਦੇ ਨੇ? ਜਿਨ੍ਹਾਂ ਤੋਂ ਪੈਸੇ ਡੁੱਬਣ ਦੀ ਸੰਭਾਵਨਾ ਹੁੰਦੀ ਏ ਕਿ ਇਹ ਸਾਨੂੰ 25,000 ਲੋਕ ਪੈਸੇ ਨਹੀਂ ਦੇਣਗੇ। ਜਦੋਂ ਅਸੀਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕੀਤੀ ਤੇ ਉੱਥੇ ਕੀ ਆ ਗਿਆ ਕਿ ਪੀਡੀਡੀ ਰਿਟਰਨ ਬੈਕ ਕਰ ਲਓ ਆਲ ਡੈਟਰਸ ਗੁੱਡਸ। ਆਲ ਡੈਟਰ ਗੁੱਡਸ ਦਾ ਮਤਲਬ ਕਿ ਸਾਰੇ ਦੇਣਦਾਰ ਚੰਗੇ ਹਨ, ਯਾਨੀ ਕਿ ਸਾਰੇ ਦੇਣਦਾਰ ਖਰੇ ਹਨ। ਖਰੇ ਵਰਡ ਕੀ ਹੈ? ਖਰੇ, ਯਾਨੀ ਕਿ ਉਹਨਾਂ ਕੋਲੋਂ ਪੈਸੇ ਮਿਲ ਜਾਣਗੇ। ਜੇ 25,000 ਰੁਪਇਆ ਮਿਲ ਜਾਏਗਾ ਤਾਂ ਇਟ ਮੀਨ ਸਾਡੇ ਡੈਟਰ 25,000 ਨਾਲ ਵੱਧ ਗਏ ਤੇ ਅਸੀਂ ਕ੍ਰੈਡਿਟ ਸਾਈਡ ਤੇ ਕੋਈ ਐਸਡ ਵੱਧ ਜੇ ਤਾਂ ਕੀ ਲਿਖਾਂਗੇ? ਬਾਈ ਪੀਡੀਡੀ 25,000 ਰੁਪਇਆ। ਕਲੀਅਰ? ਮੈਂ ਉਮੀਦ ਕਰਦਾ ਕਿ ਕਨਸੈਪਟ ਸਮਝ ਆ ਰਹੀ ਹੈ।
ਅੱਗੇ ਹੈ ਅਸੀਂ ਸੈਲਰੀ ਦੇਣੀਆਂ ਨੇ। ਸੈਲਰੀ ਪੇਬਲ ਲਾਇਬਿਲਿਟੀ ਹੁੰਦੀ ਹੈ 25,000, ਜਿੰਦੇ ਵਿੱਚੋਂ 15,000 ਵਾਜ਼ ਨਾਟ ਪੇਬਲ। 15,000 ਸੈਲਰੀ ਨਹੀਂ ਦਿੱਤੀ ਜਾਣੀ। 15,000 ਸੈਲਰੀ ਨਹੀਂ ਦਿੱਤੀ ਜਾਣੀ ਤੇ ਸਾਡੀਆਂ 15,000 ਨਾਲ ਲਾਇਬਿਲਿਟੀਜ਼ ਘਟ ਗਈਆਂ। ਲਾਇਬਿਲਿਟੀਜ਼ ਘਟ ਜਾਣ ਤੇ ਜਾਂ ਐਸਡ ਵੱਧ ਜਾਣ, ਦੋਵੇਂ ਕ੍ਰੈਡਿਟ ਸਾਈਡ ਤੇ ਆਉਂਦੇ ਨੇ। ਤੇ ਅਸੀਂ ਕੀ ਲਿਖਾਂਗੇ? ਬਾਈ ਸੈਲਰੀਜ਼ ਪੇਬਲ। ਬਾਈ ਸੈਲਰੀਜ਼ ਪੇਬਲ। ਕਿੰਨੇ ਪੈਸੇ ਸਾਨੂੰ ਨਹੀਂ ਦੇਣੇ ਪਏ ਸੈਲਰੀ ਦੇ? 15,000 रुपया। स्टूडेंट्स 15,000 रुपया की ਅਸੀਂ ਨਹੀਂ ਦੇਣਾ। ਅਸੀਂ ਸੈਲਰੀ ਪੇਬਲ ਲਾਇਬਿਲਿਟੀ ਕਿੰਨੀ ਸੀ? 25,000, ਜਿੰਦੇ ਵਿੱਚੋਂ ਸਾਨੂੰ 15,000 ਦੇਣ ਦੀ ਕੋਈ ਲੋੜ ਨਹੀਂ। ਇਟ ਮੀਨ ਸਾਡੀ ਲਾਇਬਿਲਿਟੀ ਘਟ ਗਈ 15,000। ਲਾਇਬਿਲਿਟੀ ਘਟ ਜਾਏ ਤੇ ਐਸਡ ਵਧੇ ਹੋਣ, ਉਹ ਦੋਵੇਂ ਕ੍ਰੈਡਿਟ ਸਾਈਡ ਤੇ ਆਉਂਦੇ ਨੇ। ਐਸਡ ਘਟੇ ਹੋਣ ਤੇ ਲਾਇਬਿਲਿਟੀ ਵਧੀ ਹੋਵੇ, ਡੈਬਿਟ ਸਾਈਡ ਤੇ ਆਉਂਦੀ ਹੈ। ਯਾਦ ਰੱਖਣਾ, ਇੱਕ ਅਨਰਿਕਾਰਡਡ ਐਸਡ ਵੀ ਕ੍ਰੈਡਿਟ ਸਾਈਡ ਤੇ ਆਉਂਦਾ ਹੈ ਤੇ ਅਨਰਿਕਾਰਡਡ ਲਾਇਬਿਲਿਟੀ ਡੈਬਿਟ ਸਾਈਡ ਤੇ ਆਉਂਦੀ ਹੈ। ਕਦੋਂ? ਜਦੋਂ ਰਿਵੈਲੂਏਸ਼ਨ ਅਕਾਊਂਟ ਬਣਾਉਣਾ ਹੋਵੇ। ਭੁੱਲਣਾ ਨਹੀਂ, ਨਾ ਆਉਂਦੇ ਨਾ ਜਾਂਦੇ। ਰਿਵੈਲੂਏਸ਼ਨ ਅਕਾਊਂਟ ਤੁਹਾਡੇ ਆਉਣ ਵਾਲੇ 3 ਚੈਪਟਰ ਵਾਸਤੇ ਇੰਨਾ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇ ਨਾਲ ਰਿਵੈਲੂਏਸ਼ਨ ਅਕਾਊਂਟ ਨੂੰ ਕਰਨਾ ਹੈ ਜੀ, ਧਿਆਨ ਰੱਖਣਾ ਹੈ। ਇਸ ਤੋਂ ਬਾਅਦ WCR ਦਾ ਕਲੇਮ 30,000 ਤੇ ਸਾਡੇ ਕੋਲ 70,000। ਇਹਦਾ ਕੋਈ ਵੀ ਟ੍ਰੀਟਮੈਂਟ ਕੀ ਕਰਾਂਗੇ ਜੀ ਅਸੀਂ? ਰਿਵੈਲੂਏਸ਼ਨ ਅਕਾਊਂਟ ਵਿੱਚ ਬਿਲਕੁਲ ਨਹੀਂ ਆਏਗਾ ਜੀ। ਇਸ ਤੋਂ ਬਾਅਦ ਬੀ ਨੂੰ ਰੈਮੂਨਰੇਸ਼ਨ ਦਿੱਤੀ ਜਾਣੀ ਹੈ 10,000 ਰੁਪਇਆ। ਜਦੋਂ ਬੀ ਨੂੰ ਰੈਮੂਨਰੇਸ਼ਨ ਦੇਵਾਂਗੇ ਤਾਂ ਉਦੋਂ ਰਿਵੈਲੂਏਸ਼ਨ ਅਕਾਊਂਟ ਨੂੰ ਡੈਬਿਟ ਕੀਤਾ ਜਾਂਦਾ ਹੈ। ਕੀ ਐਂਟਰੀ ਕੀਤੀ ਜਾਂਦੀ ਹੈ? ਰਿਵੈਲੂਏਸ਼ਨ ਅਕਾਊਂਟ ਡੈਬਿਟ ਤੇ ਟੂ ਬੀਜ਼ ਕੈਪੀਟਲ, ਕਿਉਂਕਿ ਖਰਚੇ ਰਿਵੈਲੂਏਸ਼ਨ ਅਕਾਊਂਟ 'ਚ ਪਾਣੇ ਹੁੰਦੇ ਨੇ। ਇਸ ਵਾਸਤੇ ਅਸੀਂ ਫਿਰ ਇੱਥੇ ਲਿਖਾਂਗੇ ਟੂ ਬੀਜ਼ ਕੈਪੀਟਲ ਅਕਾਊਂਟ। ਕਿੰਨਾ ਖਰਚਾ ਹੈ? 10,000। ਬੀ ਨੂੰ ਕਿਹਾ ਕਿ ਤੂੰ ਫਰਮ ਨੂੰ ਰੀਕਨਸਟੀਟਿਊਟ ਕਰ ਦੇ, ਇਸ ਦਾ ਪੁਨਰਗਠਨ ਕਰ ਦੇ। ਬੀ ਨੂੰ ਪੁਨਰਗਠਨ ਕਰਨ ਦੇ ਵਾਸਤੇ ਲਗਾਇਆ ਗਿਆ। ਬੀ ਨੇ ਇਸ ਦਾ ਪੁਨਰਗਠਨ ਕੀਤਾ। ਬੀ ਨੇ, ਪਿਆਰੇ ਵਿਦਿਆਰਥੀਓ, ਪੁਨਰਗਠਨ ਕਰਨ ਦੇ ਬਦਲੇ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਰਮ ਨੂੰ ਕਰਨ ਦੇ ਬਦਲੇ 10,000 ਰੁਪਇਆ ਇਸ ਨੂੰ ਰੈਮੂਨਰੇਸ਼ਨ ਦਿੱਤਾ ਜਾਣਾ ਹੈ। that will goes to revaluation account. We will pass the journal entry revaluation account debit to B's capital account. So here we will write to B's capital. one more ਇੱਕ ਲੈਂਦੇ ਆ ਅਸੀਂ ਹੋਰ ਲੈਂਦੇ ਆ ਕਿ outstanding expenses are written back being not payable. outstanding expenses ਹੈਗੇ ਨੇ, ਸਪੋਜ਼ ਸਾਡੇ ਕੋਲ 20,000 ਦੇ, ਇੱਥੇ ਲਿਖਦੇ ਆ outstanding expenses 20,000 ਦੇ ਨੇ। ਕਹਿੰਦਾ ਕਿ ਇਸ ਨੂੰ ਵੀ ਰਿਟਰਨ ਬੈਕ ਕਰੋ। ਰਿਟਰਨ ਬੈਕ ਕਰਨ ਦਾ ਮਤਲਬ ਇਹ ਹੋਇਆ ਕਿ ਸਾਨੂੰ ਆਊਟਸਟੈਂਡਿੰਗ ਜਿਹੜੇ ਐਕਸਪੈਂਸਿਸ ਨੇ ਉਹ ਪੇ ਨਹੀਂ ਕਰਨੇ ਪੈਣੇ, ਉਸ ਨੂੰ ਰਿਟਰਨ ਬੈਕ ਕਰਾਂਗੇ। ਜੇ ਪੇ ਨਹੀਂ ਕਰਨੇ ਪੈਣੇ, ਇਟ ਮੀਨਸ ਸਾਡੀ ਲਾਇਬਿਲਿਟੀ ਘਟ ਗਈ। ਜੇ ਲਾਇਬਿਲਿਟੀ ਘਟ ਜੇ ਤਾਂ ਕ੍ਰੈਡਿਟ ਸਾਈਡ ਤੇ ਆਉਂਦੀ ਹੈ ਤੇ ਕੀ ਲਿਖਾਂਗੇ? ਆਊਟਸਟੈਂਡਿੰਗ ਐਕਸਪੈਂਸਿਸ। ਕਿੰਨੇ? 20,000। ਹੁਣ ਸਾਡਾ ਅਗਲਾ ਸਟੈਪ ਕੀ ਹੈ? ਅਸੀਂ ਰਿਵੈਲੂਏਸ਼ਨ ਅਕਾਊਂਟ ਨੂੰ ਕਲੋਜ਼ ਕਰਨਾ ਸਾਡਾ ਅਗਲਾ ਸਟੈਪ ਹੁੰਦਾ ਹੈ। ਹੁਣ ਜਦੋਂ ਅਸੀਂ ਕਲੋਜ਼ ਕਰਾਂਗੇ ਤਾਂ ਪਿਆਰੇ ਵਿਦਿਆਰਥੀਓ ਇਸ ਦਾ ਸਾਰਾ ਜੋੜ ਲਗਾਵਾਂਗੇ। 1,25,000 ਤੇ 15, 40 ਤੇ 20, 1,60,000 ਆ ਗਿਆ। 1,60,000 ਅਸੀਂ ਬਹੁਤ ਸਾਈਡਸ ਲਿਖਾਂਗੇ। ਇਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ 1,30,000 ਵਿੱਚੋਂ 1,30,000 ਦਾ ਸਾਨੂੰ ਪ੍ਰੋਫਿਟ ਹੋ ਰਿਹਾ ਹੈ। ਇਸ ਪ੍ਰੋਫਿਟ ਨੂੰ ਅਸੀਂ ਪਾਰਟਨਰ ਦੇ ਵਿੱਚ ਓਲਡ ਰੇਸ਼ੋ ਦੇ ਰਾਹੀਂ ਵੰਡਾਂਗੇ ਜੀ। ਤਾਂ ਕੀ ਲਿਖਾਂਗੇ? ਟੂ ਗੇਨ ਜਾਂ ਪ੍ਰੋਫਿਟ ਔਨ ਰਿਵੈਲੂਏਸ਼ਨ ਟ੍ਰਾਂਸਫਰ ਟੂ, ਕੀ ਲਿਖਣਾ ਹੈ ਜੀ? ਟ੍ਰਾਂਸਫਰਡ ਟੂ ਕਿਹਨੂੰ ਕਿਹਨੂੰ? ਕਿਹੜੀ ਕੈਪੀਟਲ ਹੈ? A's capital account, B's capital account, and third one is C's capital account. C's capital account. Old ratio ਕਿੰਨੀ ਹੈ? Old ratio ਹੈ 5, 3, 2 ਵਿੱਚ ਅਸੀਂ ਵੰਡ ਦਾਂਗੇ ਕਿਹਨੂੰ? 1,60,000 ਟੋਟਲ ਹੈ, 30,000 ਵਿੱਚੋਂ ਗਿਆ। 1,30,000 ਨੂੰ ਅਸੀਂ ਕਿਹੜੀ ਰੇਸ਼ੋ 'ਚ ਵੰਡਾਂਗੇ ਜੀ?
5:3:2 ਦੇ ਵਿੱਚ ਵੰਡਾਂਗੇ। ਤਾਂ ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਇਸ ਨੂੰ ਵੰਡਾਂਗੇ ਤਾਂ A ਨੂੰ ਮਿਲੇਗਾ 65,000। ਕਿਰਪਾ ਕਰਕੇ ਜਲਦੀ ਜਲਦੀ ਪਿਆਰੇ ਵਿਦਿਆਰਥੀਓ ਨੋਟ ਕਰਦੇ ਜਾਓ। शाबाश, नोटबुक निकाल के बैठो। और 26,000 और इन्हां तिन्नां दा जोड़ करांगे तो 1,30,000 आएगा। तो साडा इत्थे रिवैल्यूएशन अकाउंट जिहड़ा वो क्लोज हो जाता है। मैं उम्मीद करदा कि तुहानूं थोड़ा थोड़ा समझ आ गया होना है रिवैल्यूएशन अकाउंट बनाना। ਜਿਹੜੇ ਬੱਚੇ ਨੂੰ ਰਿਵੈल्यूएशन ਅਕਾਊਂਟ ਬਣਾਉਣਾ ਆ ਗਿਆ, ਇਹ ਮੰਨ ਕੇ ਚੱਲੋ ਕਿ ਉਸ ਦੇ ਆਉਣ ਵਾਲੇ ਜਿਹੜੇ ਚੈਪਟਰ ਨੇ ਉਸ ਦੇ ਵਿੱਚ ਉਸ ਨੂੰ ਆਸਾਨੀ ਹੋਏਗੀ। ਅਸੀਂ ਸਿਰਫ ਇੱਥੇ ਹੀ ਨਹੀਂ ਰੁਕਣਾ, ਅਸੀਂ ਹੁਣ ਲਗਾਤਾਰ ਰੋਜ਼ 2-3 ਦਿਨ ਰਿਵੈल्यूएशन ਅਕਾਊਂਟ ਨੂੰ ਬਣਾਉਣਾ ਸਿੱਖਾਂਗੇ ਕਿ ਰਿਵੈल्यूएशन ਅਕਾਊਂਟ ਨੂੰ ਕਿਵੇਂ ਬਣਾਉਣਾ ਹੈ। ਮੈਂ ਉਮੀਦ ਕਰਦਾ ਕਿ ਜਿਹੜਾ ਰਿਵੈल्यूएशन ਅਕਾਊਂਟ ਤੁਹਾਨੂੰ ਹੁਣ ਸਿਖਾਇਆ ਗਿਆ ਹੈ, ਤੁਸੀਂ ਉਸ ਨੂੰ ਅੱਛੀ ਤਰ੍ਹਾਂ ਨਾਲ, ਚੰਗੀ ਤਰ੍ਹਾਂ ਨਾਲ ਸਮਝ ਗਏ ਹੋਵੋਗੇ। ਜੇ ਤੁਹਾਨੂੰ ਇੱਕ ਨਹੀਂ ਸਮਝ ਆਈ ਤਾਂ ਮੇਰਾ ਲੈਕਚਰ ਖਤਮ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਦੁਬਾਰਾ ਸੁਣ ਲੈਣਾ ਹੈ। ਪਰ ਸਭ ਤੋਂ ਜ਼ਿਆਦਾ ਤੁਹਾਨੂੰ ਸਮਝ ਹੁਣ ਉਦੋਂ ਆਏਗੀ ਜਦੋਂ ਤੁਸੀਂ ਆਪਦੀਆਂ ਬੁੱਕਸ ਖਰੀਦੋਗੇ। ਬੜੇ ਸਟੂਡੈਂਟਸ ਨੇ ਅਜੇ ਆਪਦੀਆਂ ਬੁੱਕਸ ਨਹੀਂ ਖਰੀਦੀਆਂ। ਜਲਦੀ ਜਲਦੀ ਪਿਆਰੇ ਵਿਦਿਆਰਥੀਓ ਬੁੱਕਸ ਖਰੀਦ ਲਓ ਤਾਂ ਕਿ ਤੁਹਾਨੂੰ ਰਿਵੈल्यूएशन ਅਕਾਊਂਟ ਸਮਝਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ। ਪਿੱਛੇ ਵਾਲਾ ਲੈਕਚਰ ਸੁਣ ਕੇ ਬੈਠਿਆ ਕਰੋ ਤਾਂ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਲੱਗੇ। ਜਲਦੀ ਜਲਦੀ ਸਾਰੇ ਲਾਈਕ ਕਰ ਦਿਓ ਜੇ ਲਾਈਕ ਨਹੀਂ ਕੀਤਾ। ਕੱਲ ਆਪਾਂ ਰਿਵੈल्यूएशन ਲੈ ਕੇ ਦੁਬਾਰਾ ਮਿਲਾਂਗੇ। ਇਸ ਰਿਵੈल्यूएशन ਨੂੰ ਦੁਬਾਰਾ ਕਰਾਂਗੇ ਔਰ ਦੁਬਾਰਾ ਸਮਝਣ ਦੀ ਕੋਸ਼ਿਸ਼ ਕਰਾਂਗੇ। मैं उम्मीद करदा कि अज वाला लैक्चर तुहानूं वधिया समझ आ गया होना है। जल्दी जल्दी लाइक ते सबसक्राइब कर दिओ जी। कल दोबारा मिलांगे। जय हिंद।